मैम स्ट्रगल तो लाइफ का पार्ट है। ਜਦੋਂ तक सानू साडे ਜਿਹੜੇ मतलब कि ड्रीम्स जब तक पूरे नहीं होंगे उद तक सानू स्ट्रगल तो करना ही पैंदा है ना। अजकल ਜਿਹੜੇ ਦਿਹਾੜੀਆਂ भी करते हैं वो भी उन्हों की भी 600-700 रुपये दिहाड़ी है ना। तो लेकिन एक पढ़िया लिखा बंदा हो के है ना, बंदा कहे भी पढ़ी लिखी लड़की मैं हो के भी मैं 7000 से हौली हौली समझ आनी चीज़ों 'ਚ बड़े जो समझ आई। ਜਿਵੇਂ ਤੁਸੀਂ ਪਹਿਲਾਂ ਟੀਚਰ ਸੀ, ਟੀਚਰ ਦੇ ਨਾਲ ਨਾਲ ਤੁਸੀਂ ਉਸ ਤੋਂ ਬਾਅਦ ਬੋਡੀ ਬਿਲਡਿੰਗ 'ਚ ਆ ਗਏ, ਕਿਵੇਂ ਤੁਸੀਂ ਆਪਣੇ ਕਹਿ ਲਓ ਪ੍ਰੋਫੈਸ਼ਨ ਨੂੰ ਸਵਿਚ ਕੀਤਾ? ਲਾਈਕ ਡ੍ਰੀਮ ਸੀਗਾ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਦੇਣੀ ਹੈ ਨਾ, ਵੀ ਮੈਂ ਐਦਾਂ ਦੀ ਜੋਬ ਕਰਨੀ ਜਿਹਦੇ ਵਿੱਚ ਇੱਕ ਕਹਿੰਦੇ ਆ ਨਾ ਵੀ ਰੁਤਬਾ ਹੁੰਦਾ ਹੈ ਨਾ, ਤੇ ਉਹ ਉਸ ਚੀਜ਼ ਨਾਲ ਸੀਗਾ। ਫਿਰ ਜਿਵੇਂ ਉਹ ਚੀਜ਼ਾਂ ਵੀ ਕਰੀਆਂ ਪਰ ਨਹੀਂ ਪੋਸੀਬਲ ਹੋਈਆਂ क्योंकि उदों भी लॉकडाउन हो गया। लॉकडाउन के कॉम्पीटिशन कराया, खाण नूं पैसे नहीं सी हुंदे क्योंकि काम ही नहीं है, तो पैसे कितों होने आ। ते लेकिन फिर भी चलो बंदा कहता जिहड़ा काम करन वाला ना मैम वो कदे भुक्खा नहीं मरदा। ਜਦੋਂ बॉडी बिल्डिंग कॉम्पीटिशन करे मैं देखती ਹੁੰਦੀ ਸੀ ਵੀ ਸਾਡੇ ਬਹੁਤੇ ਬੋਡੀ ਬਿਲਡਰਾਂ ਦੇ ਨਾ ਜਿਮ ਹੀ ਨੇ, ਤੇ ਮੈਂ ਵੀ ਇਹੀ ਸੋਚਿਆ ਵੀ ਮੈਂ ਜਿਮ ਖੋਲਣਾ। ਬਟ ਮੈਂ ਨਾ ਇਹ ਵੀ ਚੀਜ਼ਾਂ ਸੀਗੀਆਂ ਵੀ ਕਿੰਨਿਆਂ ਦੇ ਜਿਮ ਬੰਦ ਵੀ ਹੋ ਗਏ। ਉਹ ਕਿਉਂ ਬੰਦ ਹੋਏ ਮੈਨੂੰ ਇਸ ਚੀਜ਼ ਦਾ ਰੀਜ਼ਨ ਨਹੀਂ ਪਤਾ। ਤੁਸੀਂ ਦੇਖ ਰਹੇ ਹੋ ਰਿਆਸਤ ਨਿਊਜ਼, ਮੈਂ ਹਾਂ ਤੁਹਾਡੇ ਨਾਲ ਮੁਸਕਾਨ। ਅਕਸਰ ਅਸੀਂ ਤੁਹਾਡੇ ਤੱਕ ਮੋਟੀਵੇਸ਼ਨਲ ਸਟੋਰੀਆਂ ਲੈ ਕੇ ਆਉਂਦੇ ਰਹਿੰਦੇ ਹਾਂ ਕਿ ਜਿਹਦੇ ਤੋਂ ਯੂਥ ਇਨਸਪਾਇਰ ਹੋਵੇ। ਅੱਜ ਦੀ ਜਿਹੜੀ ਸਟੋਰੀ ਕਰਨ ਜਾ ਰਹੇ ਹਾਂ ਕੁਝ ਇਸੇ ਨਾਲ ਹੀ ਰਿਲੇਟ ਕਰਦੀ ਹੈ। ਮੇਰੇ ਨਾਲ ਦੀਪਿਕਾ ਜੀ ਮੌਜੂਦ ਰਹਿਣਗੇ ਜਿਨ੍ਹਾਂ ਦਾ ਕੈਫੇ ਹੈ ਦੀਪਿਕਾਸ ਕੈਫੇ। ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਇਹਨਾਂ ਦੀ ਲਾਈਫ ਹੈ ਜਿਹੜੀ ਕਾਫੀ ਸਟਰਗਲ ਭਰੀ ਹੈ। ਗੱਲਬਾਤ ਕਰਕੇ ਇਹਨਾਂ ਤੋਂ ਜਾਣਦੇ ਹਾਂ ਕਿ ਕਿੰਨਾ ਕਿੰਨਾ ਨੇ ਆਪਣੀ ਲਾਈਫ 'ਚ ਸਟਰਗਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਕਿੱਦਾਂ? ਬਹੁਤ ਵਧੀਆ ਮੈਮ। ਮੈਮ ਕਿੰਨਾ ਕੁ ਸਟਰਗਲ ਕਰਕੇ ਅੱਜ ਤੁਸੀਂ ਇੱਥੇ ਪਹੁੰਚੇ? ਮੈਮ ਸਟਰਗਲ ਤਾਂ ਲਾਈਫ ਦਾ ਪਾਰਟ ਹੈ। ਜਦੋਂ ਤੱਕ ਸਾਨੂੰ ਸਾਡੇ ਜਿਹੜੇ ਮਤਲਬ ਕਿ ਡ੍ਰੀਮਸ ਜਦ ਤੱਕ ਪੂਰੇ ਨਹੀਂ ਹੁੰਦੇ ਉਦ ਤੱਕ ਸਾਨੂੰ ਸਟਰਗਲ ਤਾਂ ਕਰਨਾ ਹੀ ਪੈਂਦਾ। ਹਾਂਜੀ, ਜਿਵੇਂ ਤੁਸੀਂ ਪਹਿਲਾਂ ਟੀਚਰ ਸੀ, ਟੀਚਰ ਦੇ ਨਾਲ ਨਾਲ ਤੁਸੀਂ ਉਸ ਤੋਂ ਬਾਅਦ ਬੋਡੀ ਬਿਲਡਿੰਗ 'ਚ ਆ ਗਏ, ਕਿਵੇਂ ਤੁਸੀਂ ਆਪਣੇ ਕਹਿ ਲਓ ਪ੍ਰੋਫੈਸ਼ਨ ਨੂੰ ਸਵਿਚ ਕੀਤਾ? ਮੈਮ ਪਹਿਲਾਂ ਟੀਚਰ ਸੀ, ਮਤਲਬ ਲਾਈਕ ਮੈਂ 10th ਤੋਂ ਮੈਂ ਵੈਸੇ ਸ਼ੁਰੂ ਤੋਂ ਹੀ ਸਪੋਰਟਸ ਬੈਕਗਰਾਊਂਡ ਤੋਂ ਆ। ਮੈਂ 5th ਦੇ ਵਿੱਚ ਹੀ ਮਤਲਬ ਕਿ ਜੂਡੋ ਦੇ ਵਿੱਚ ਪਾਰਟਿਸਿਪੇਟ ਕਰਿਆ ਸੀ, ਤੇ ਮੈਂ 8th ਤੱਕ ਨੈਸ਼ਨਲ ਚੈਂਪੀਅਨ ਹੋ ਗਈ ਸੀ। ਮਤਲਬ ਮੇਰਾ ਬਰਾਊਨਜ਼ ਆਇਆ ਸੀਗਾ। ਆਪਣਾ ਸ਼ਿਮਲਾ ਗਈ ਸੀ ਮੈਂ ਨੈਸ਼ਨਲ ਖੇਡਣ, ਓਪਨ ਨੈਸ਼ਨਲ। ਤੇ ਉਸ ਤੋਂ ਬਾਅਦ ਮੇਰਾ ਸਪੋਰਟਸ ਦੇ ਵਿੱਚ ਹੀ ਮਤਲਬ ਕਿ ਸ਼ੁਰੂ ਤੋਂ ਹੀ ਰਿਹਾ ਕਿ ਮੈਂ ਸਪੋਰਟਸ ਦੇ ਵਿੱਚ ਕੁਝ ਅੱਗੇ ਕਰਨਾ ਹੈ। ਮਤਲਬ ਲਾਈਕ ਡ੍ਰੀਮ ਸੀਗਾ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਦੇਣੀ ਹੈ ਨਾ, ਵੀ ਮੈਂ ਐਦਾਂ ਦੀ ਜੋਬ ਕਰਨੀ ਜਿਹਦੇ ਵਿੱਚ ਇੱਕ ਕਹਿੰਦੇ ਆ ਨਾ ਵੀ ਰੁਤਬਾ ਹੁੰਦਾ ਹੈ ਨਾ, ਤੇ ਉਹ ਉਸ ਚੀਜ਼ ਨਾਲ ਸੀਗਾ। ਫਿਰ ਜਿਵੇਂ ਉਹ ਚੀਜ਼ਾਂ ਵੀ ਕਰੀਆਂ ਪਰ ਨਹੀਂ ਪੋਸੀਬਲ ਹੋਈਆਂ। ਪਰ ਇੱਦਾਂ ਨਹੀਂ ਹੈ ਕਿ ਜੇ ਉਹ ਪੋਸੀਬਲ ਨਹੀਂ ਹੋਈਆਂ ਤਾਂ ਅਸੀਂ ਆਪਣਾ ਮਤਲਬ ਕਿ ਜੀਣਾ ਹੀ ਛੱਡ ਦੇਣਾ ਹੈ ਨਾ, ਜਾਂ ਫਿਰ ਅਸੀਂ ਅੱਗੇ ਉਹ ਐਫਰਟਸ ਨਹੀਂ ਕਰਨੇ। ਉਹ ਚੀਜ਼ ਮੇਰੇ ਹੱਥੋਂ ਗਈ ਤਾਂ ਮੈਂ ਪੀਟੀ ਟੀਚਰ ਵੱਲ ਹੋ ਗਈ। ਪੀਟੀ ਟੀਚਰ ਦੇ ਵਿੱਚ 4 ਸਾਲ ਮੈਂ ਜੌਬ ਕਰੀ। ਉੱਥੇ ਸਕੂਲ ਇੱਦਾਂ ਸੀਗਾ ਵੀ ਪੱਕਾ ਨਹੀਂ ਹੋਈ ਮੈਂ ਹੈ ਨਾ ਉੱਥੇ, ਤੇ ਫਿਰ ਪੱਕੇ ਨਹੀਂ ਹੋਏ। ਉਸ ਤੋਂ ਬਾਅਦ ਫਿਰ ਮੇਰੀ ਲੋਅਰ ਬੈਕ ਦੀ ਮੈਮ ਪ੍ਰੋਬਲਮ ਹੋ ਗਈ ਸੀਗੀ +2 ਦੇ ਵਿੱਚ। ਉਸ ਤੋਂ ਬਾਅਦ ਮੈਂ ਪੀਟੀ ਟੀਚਰ ਦੀ ਜੌਬ ਕਰੀ। ਉਹ ਨਾ ਜਿਹੜੀ ਮੇਰੀ ਸਿਟਿੰਗ ਕਦੇ ਸਟੈਂਡਿੰਗ ਜੌਬ ਮੇਰੀ ਜ਼ਿਆਦਾ ਰਹਿੰਦੀ ਸੀ, ਬੱਚਿਆਂ ਨੂੰ ਖਿਡਾਉਣਾ ਹੈ ਨਾ, ਸਪੋਰਟਸ ਦੀ ਐਕਟੀਵਿਟੀਜ਼ ਕਰਾਉਣੀਆਂ। ਮੇਰੀ ਲੋਅਰ ਬੈਕ ਦੀ ਪ੍ਰੋਬਲਮ ਵੱਧ ਗਈ ਤਾਂ ਮੈਨੂੰ ਡਾਕਟਰ ਨੇ ਕਿਹਾ ਵੀ ਜਾਂ ਤਾਂ ਤੁਹਾਡਾ ਆਪਰੇਸ਼ਨ ਹੋਊਗਾ ਤੇ ਜਾਂ ਫਿਰ ਤੁਸੀਂ ਕਹਿ ਲਓ ਵੀ ਆਪਣਾ ਵੇਟ ਲੂਜ਼ ਕਰ ਲਓ। ਵੇਟ ਬਹੁਤ ਜ਼ਿਆਦਾ ਹੋ ਗਿਆ ਸੀ ਮੈਮ, 89 ਵੇਟ, ਕਿਉਂਕਿ ਆਪਣੇ ਲਈ ਟਾਈਮ ਨਹੀਂ ਸੀ ਹੁੰਦਾ। ਤੁਹਾਨੂੰ ਪਤਾ ਜੌਬ ਜਿਹੜੀ ਪੀਟੀ ਟੀਚਰ ਦੀ ਹੈ ਉਹ ਤੁਸੀਂ ਮਾਰਨਿੰਗ ਪਹਿਲਾਂ ਸਵੇਰੇ ਜਲਦੀ ਉੱਠੋਗੇ ਹੈ ਨਾ, ਬੱਚਿਆਂ ਨੂੰ ਐਕਟੀਵਿਟੀ ਕਰਾਉਣੀ ਹੈ, ਫਿਰ ਸ਼ਾਮ ਨੂੰ 3 ਵਜੇ ਘਰ ਆਉਣਾ, 4 ਵਜੇ 5 ਵਜੇ ਫਿਰ ਬੱਚਿਆਂ ਨੂੰ ਪ੍ਰੈਕਟਿਸ 'ਤੇ ਲੈ ਕੇ ਜਾਣਾ ਹੈ ਨਾ। ਬਹੁਤ ਹਾਰਡ ਜੌਬ ਸੀਗੀ ਉਹ ਵੀ। ਲੇਕਿਨ ਜਿਹੜੀ ਲੋਅਰ ਬੈਕ ਦੀ ਪ੍ਰੋਬਲਮ ਸੀ ਉਹ ਵੱਧਦੀ ਰਹੀ ਮੇਰੀ, ਤੇ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਆਪਣਾ ਵੇਟ ਲੂਜ਼ ਕਰੋ। ਮੈਂ ਜਿਮ ਲੱਗ ਗਈ ਮੈਮ, ਜੌਬ ਲੀਵ ਕਰਤੀ ਕਿਉਂਕਿ ਜੌਬ ਕਰਨ ਦੇ ਉਹਦੇ ਵਿੱਚ ਸੀਗੀ ਨਹੀਂ, ਬੋਡੀ ਨਹੀਂ ਮੇਰਾ ਸਾਥ ਦੇ ਰਹੀ ਸੀਗੀ। ਤੇ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ, ਬਟ ਆਈ ਥਿੰਕ ਮੈਨੂੰ ਲੱਗਦਾ ਕਿ ਫਿਰ ਸਵਿਚ ਕਰਨਾ ਸੀਗਾ ਕਿਸੇ ਚੀਜ਼ 'ਚ। ਤੇ ਫਿਰ ਮੈਂ ਜਿਮ ਜਾਣਾ ਸ਼ੁਰੂ ਕਰਿਆ। 12-13 ਕਿਲੋ ਵੇਟ ਲੂਜ਼ ਕਰਿਆ ਮੈਂ, ਮਤਲਬ ਵਿਦਿਨ 2-3 ਮਹੀਨਿਆਂ 'ਚ। ਤੇ ਬੋਡੀ ਦੇਖਣ ਨੂੰ ਅੱਛੀ ਲੱਗਣ ਲੱਗ ਗਈ। ਕੁਝ ਪਹਿਲੇ ਹੀ ਸਪੋਰਟਸ ਬੈਕਗਰਾਊਂਡ ਤੋਂ ਆ, ਫਿਜ਼ੀਕ ਮੇਰੀ ਉੱਦਾਂ ਦੀ ਹੈ ਨਾ। ਤੇ ਫਿਰ ਉਸ ਤੋਂ ਬਾਅਦ ਮਤਲਬ ਜਿਮ ਜਾਣਾ ਸ਼ੁਰੂ ਕਰਿਆ। ਜਿਮ ਦੇ ਵਿੱਚ ਫਿਰ ਉਹੀ ਇੰਟਰਸਟ ਬਣ ਗਿਆ ਮੇਰਾ ਫਿਰ, ਕਿਉਂਕਿ ਸਪੋਰਟਸ ਕਿਤੇ ਨਾ ਕਿਤੇ ਉਹ ਵੀ ਜੁੜਿਆ ਹੋਇਆ ਹੈ ਨਾ। ਤੇ ਉਹਨਾਂ ਨੂੰ ਪੁੱਛਿਆ ਵੀ ਇਹਦੀ ਕੋਰਸਿਸ ਕਿੱਦਾਂ ਹੁੰਦੇ ਨੇ ਜਾਂ ਇਹਦੇ 'ਚ ਅਸੀਂ ਕਿਵੇਂ ਅੱਗੇ ਵੱਧ ਸਕਦੇ ਹਾਂ ਹੈ ਨਾ। ਤੇ ਉਹ ਕਹਿੰਦੇ ਵੀ ਇੱਦਾਂ ਮਤਲਬ ਕਿ ਕੋਰਸ ਹੁੰਦੇ ਨੇ। ਫਿਰ ਮੈਂ ਗੂਗਲ ਤੋਂ ਸਰਚ ਕਰਿਆ, ਤੇ ਸਰਚ ਕਰਕੇ ਫਿਰ ਮੈਂ ਦੇਖਿਆ ਫਿਟਨੈਸ ਮੈਟਰ ਤੋਂ ਮੈਂ ਚੰਡੀਗੜ੍ਹ ਤੋਂ ਮੈਂ ਆਪਣੀ ਪਰਸਨਲ ਟ੍ਰੇਨਿੰਗ ਦਾ ਕੋਰਸ ਕਰਿਆ।
ਤੇ ਹੌਲੀ ਹੌਲੀ ਅੱਗੇ ਵੱਧਦੀ ਰਹੀ। ਉੱਥੇ ਜਿੱਤੇ ਹੀ ਵਰਕਆਊਟ ਕਰਦੀ ਸੀਗੀ ਉੱਥੇ ਹੀ ਜੌਬ ਵੀ ਕਰ ਲਈ 7000 ਦੇ ਵਿੱਚ। ਮਤਲਬ ਪਤਾ ਨਹੀਂ ਸੀਗਾ ਵੀ ਕਿੰਨੇ ਪੈਸੇ ਮਿਲਦੇ ਨੇ ਇਸ ਲਾਈਨ ਦੇ ਵਿੱਚ ਨਾ, ਟ੍ਰੇਨਿੰਗ ਦੇ ਵਿੱਚ। ਪਰ ਮੈਮ ਤੁਹਾਨੂੰ ਪਤਾ 7000 ਉਸ ਟਾਈਮ ਤੇ ਕੀ ਸੀਗਾ, ਕੁਝ ਵੀ ਨਹੀਂ ਹੈ ਨਾ। ਅੱਜ ਕੱਲ੍ਹ ਜਿਹੜੇ ਦਿਹਾੜੀਆਂ ਵੀ ਕਰਦੇ ਨੇ ਉਹ ਵੀ, ਉਹਨਾਂ ਦੀ ਵੀ 600-700 ਰੁਪਏ ਦਿਹਾੜੀ ਹੈ ਨਾ। ਤੇ ਲੇਕਿਨ ਇੱਕ ਪੜ੍ਹਿਆ ਲਿਖਿਆ ਬੰਦਾ ਹੋ ਕੇ ਹੈ ਨਾ, ਬੰਦਾ ਕਹੇ ਵੀ ਪੜ੍ਹੀ ਲਿਖੀ ਲੜਕੀ ਮੈਂ ਹੋ ਕੇ ਵੀ ਮੈਂ 7000 ਤੇ ਹੌਲੀ ਹੌਲੀ ਸਮਝ ਆਣੀ ਚੀਜ਼ਾਂ 'ਚ ਵੜੇ। ਜਦੋਂ ਸਮਝ ਆਈ, ਕੋਰਸ ਕਰਿਆ, ਸਵਿਚ ਕਰਿਆ ਜੌਬ ਲਈ, ਜੌਬ ਕਿਤੇ ਹੋਰ ਕਰੀ, ਕੌਡ ਪ੍ਰੀਮੀਅਮ 'ਚ ਜੌਬ ਕਰੀ ਥੋੜ੍ਹੇ ਟਾਈਮ, ਉੱਥੇ ਸੈਲਰੀ ਅੱਛੀ ਮਿਲ ਗਈ। ਫਿਰ ਉਸ ਤੋਂ ਬਾਅਦ ਸਵਿਚ ਕਰਿਆ ਵੀ ਹੁਣ ਪੀਟੀ ਪਰਸਨਲ ਟ੍ਰੇਨਿੰਗ ਬਣਨਾ ਹੈ ਨਾ, ਕਿਉਂਕਿ ਅਕਲ ਆਉਂਦੀ ਰਹਿੰਦੀ ਹੈ ਨਾ ਕੰਮ ਦੇ ਵਿੱਚ, ਸਾਨੂੰ ਐਕਸਪੀਰੀਅੰਸ ਬਣਦਾ ਰਹਿੰਦਾ ਡੇ ਬਾਈ ਡੇ। ਤੇ ਫਿਰ ਉਸ ਤੋਂ ਬਾਅਦ ਮੈਮ ਉਹਦੇ ਵਿੱਚ ਸਵਿਚ ਕਰਿਆ। ਫਿਰ ਦਿਮਾਗ ਦੇ ਵਿੱਚ ਇਹ ਆਇਆ ਕੰਪੀਟੀਸ਼ਨ ਵੀ ਹੁੰਦੇ ਨੇ ਨਾ, ਇਕੱਲਾ ਫਿਟਨੈਸ ਨਹੀਂ ਹੈਗੀ ਇਹ, ਅੱਗੇ ਬਾਡੀ ਬਿਲਡਿੰਗ, ਫਿਟਨੈਸ ਮਾਡਲਿੰਗ ਵੀ ਹੈਗੀ ਹੈ ਵੀ। ਉਹਦੇ 'ਚ ਤੁਸੀਂ ਸੈਲੀਬ੍ਰਿਟੀ ਵੀ ਬਣ ਸਕਦੇ ਹੋ ਹੈ ਨਾ। ਮੈਂ ਦੇਖਦੀ ਹੁੰਦੀ ਸੀ ਕੁੜੀਆਂ ਨੂੰ, ਕਿਉਂਕਿ ਉਹੀ ਸਾਰਾ ਕੁਝ ਮੇਰੇ ਅੱਗੇ ਇੰਸਟਾਗ੍ਰਾਮ ਤੇ ਵੀ ਜਾਂ ਮਤਲਬ ਇਹ ਚੀਜ਼ਾਂ ਤੇ ਆਉਂਦਾ ਰਹਿੰਦਾ ਸੀਗਾ ਅੱਗੇ ਹੈ ਨਾ। ਤੇ ਮੈਂ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕੀਤਾ। ਫਿਰ ਮੈਂ ਸਰਚ ਕਰਿਆ ਵੀ ਇਹ ਟ੍ਰੇਨਿੰਗ ਕੌਣ ਕਰਾਉਂਦਾ, ਤੇ ਫਿਰ ਮੈਂ ਟ੍ਰੇਨਿੰਗ ਸ਼ੁਰੂ ਕਰੀ ਤੇ ਬਾਡੀ ਬਿਲਡਿੰਗ ਦੇ ਵਿੱਚ ਵੜੀ। ਫਿਟਨੈਸ ਮਾਡਲਿੰਗ ਕੰਪੀਟੀਸ਼ਨ 3 ਕਰੇ, ਨੈਸ਼ਨਲ ਵੀ ਖੇਡਣ ਗਈ। ਤੇ ਮਤਲਬ ਉਹ ਸਫ਼ਰ ਜਿਹੜਾ ਮੇਰਾ ਉਹ ਸਟਰਗਲਿੰਗ ਰਿਹਾ, ਕਿਉਂਕਿ ਉਦੋਂ ਵੀ ਲੋਕਡਾਊਨ ਹੋ ਗਿਆ। ਲੋਕਡਾਊਨ ਦੇ ਵਿੱਚ ਕੰਪੀਟੀਸ਼ਨ ਕਰਿਆ, ਖਾਣ ਨੂੰ ਪੈਸੇ ਨਹੀਂ ਸੀ ਹੁੰਦੇ ਕਿਉਂਕਿ ਕੰਮ ਹੀ ਨਹੀਂ ਹੈਗਾ, ਤੇ ਪੈਸੇ ਕਿੱਥੋਂ ਹੋਣੇ ਆ। ਤੇ ਲੇਕਿਨ ਫਿਰ ਵੀ ਚਲੋ ਬੰਦਾ ਕਹਿੰਦਾ ਜਿਹੜਾ ਕੰਮ ਕਰਨ ਵਾਲਾ ਨਾ ਮੈਮ ਉਹ ਕਦੇ ਭੁੱਖਾ ਨਹੀਂ ਮਰਦਾ, ਕਹਿੰਦੇ ਆ ਵੀ ਉਹ ਹਮੇਸ਼ਾ ਆਪਣੇ ਜੇਬ ਨੂੰ ਭਰ ਕੇ ਹੀ ਰੱਖਦਾ ਹੁੰਦਾ, ਕਿਤੇ ਨਾ ਕਿਤੇ ਉਹ ਆਪਣਾ ਨਾ ਕਿ ਖਾਣਾ ਪੂਰਾ ਰੱਖਦਾ ਹੀ ਹੈ ਨਾ। ਮੈਂ ਹਮੇਸ਼ਾ ਸ਼ੁਰੂ ਤੋਂ ਹੀ ਮੈਮ ਕੰਮ ਕਰਦੀ ਆਈ ਹਾਂ, ਔਰ ਮੈਂ ਕਦੇ ਥੱਕੀ ਨਹੀਂ, ਔਰ ਨਾ ਮੈਂ ਕਦੇ ਅੱਕੀ ਹਾਂ ਕੰਮ ਤੋਂ। ਮਿਹਨਤ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਜੋ ਆਪਣੇ ਹੱਥੀਂ ਅਸੀਂ ਮਿਹਨਤ ਕਰਕੇ ਅਚੀਵ ਕਰ ਸਕਦੇ ਹਾਂ ਨਾ, ਸਾਡੀ ਕਿਸਮਤ 'ਚ ਨਹੀਂ ਵੀ ਲਿਖਿਆ, ਬਾਬਾ ਜੀ ਉਹ ਵੀ ਸਾਨੂੰ ਦੇ ਦਿੰਦੇ ਨੇ ਵੀ ਇਹਦਾ ਬਣਦਾ ਹੈ ਨਾ। ਇਹਨੇ ਦਿਨ ਰਾਤ ਕੁੜੀ ਨੇ ਮਿਹਨਤ ਕੀਤੀ ਹੈ ਤੇ ਇਹਦਾ ਬਣਦਾ। ਹੁਣ ਤੁਸੀਂ ਦੇਖ ਲਓ ਕਿੰਨੀ ਧੁੱਪ ਹੈ। ਅੱਜ ਕੈਫੇ ਤੱਕ ਕਿਵੇਂ ਸਵਿਚ ਕਰ ਗਏ? ਮੈਮ ਸਵਿਚ ਇੱਦਾਂ ਸੀਗਾ ਵੀ ਜਦੋਂ ਬਾਡੀ ਬਿਲਡਿੰਗ ਕੰਪੀਟੀਸ਼ਨ ਕਰੇ, ਮੈਂ ਦੇਖਦੀ ਹੁੰਦੀ ਸੀ ਵੀ ਸਾਡੇ ਬਹੁਤੇ ਬਾਡੀ ਬਿਲਡਰਾਂ ਦੇ ਨਾ ਜਿਮ ਹੀ ਨੇ, ਤੇ ਮੈਂ ਵੀ ਇਹੀ ਸੋਚਿਆ ਵੀ ਮੈਂ ਜਿਮ ਖੋਲ੍ਹਣਾ। ਬਟ ਮੈਂ ਨਾ ਇਹ ਵੀ ਚੀਜ਼ਾਂ ਸੀਗੀਆਂ ਵੀ ਕਿੰਨਿਆਂ ਦੇ ਜਿਮ ਬੰਦ ਵੀ ਹੋ ਗਏ। ਉਹ ਕਿਉਂ ਬੰਦ ਹੋਏ ਮੈਨੂੰ ਇਸ ਚੀਜ਼ ਦਾ ਰੀਜ਼ਨ ਨਹੀਂ ਪਤਾ। ਜਾਂ ਤਾਂ ਉਹ ਉਸ ਲੈਵਲ ਤੇ ਜਿਮ ਖੋਲ੍ਹ ਨਹੀਂ ਸਕੇ, ਕਿਉਂਕਿ ਜਿਹੜੇ ਸਾਡੇ ਜਿਹੜੇ ਕਹਿ ਲਓ ਵੀ ਲੋਕ ਨੇ, ਉਹ ਸਾਰੀਆਂ ਫੈਸਿਲਿਟੀਆਂ ਵੀ ਚਾਹੁੰਦੇ ਨੇ, ਉਹ ਪੇ ਵੀ ਇੰਨਾ ਨਹੀਂ ਕਰਦੇ। ਇੱਕ ਜਿਹੜਾ ਨਾਰਮਲ ਬੰਦਾ ਕਹਿ ਲਓ ਵੀ ਮਿਡਲ ਕਲਾਸ ਦਾ ਵੀ ਤੁਸੀਂ ਮੰਨ ਲਓ, ਜੇ ਉਹ ਮਤਲਬ ਕਿ ਡਰਿੰਕ ਕਰਦਾ ਹੈ ਨਾ, ਜਾਂ ਫਿਰ ਕੁਝ ਵੀ ਹੈ ਨਾ ਇੱਦਾਂ ਦਾ ਕੋਈ ਅਲਕੋਹਲ ਕਰਦਾ, ਉਹਨੇ ਬੋਟਲ ਦਾ ਰੇਟ ਨਹੀਂ ਪੁੱਛਣਾ ਕਦੇ ਵੀ ਇਹ ਕਿੰਨੇ ਦੀ ਹੈ, 10000 ਦੀ ਹੈ ਜਾਂ 12000 ਦੀ ਹੈ ਨਾ। ਉਹਨੇ ਉੱਤੇ ਇਨਵੈਸਟ, ਮਤਲਬ ਰੈਸਟੋਰੈਂਟ 'ਚ ਵੀ ਖਾਣਾ ਖਾਣ ਬੈਠਣਗੇ 10-15 ਹਜ਼ਾਰ ਦਾ ਬਿੱਲ ਆ ਜਾਊਗਾ ਨਾ, ਕੋਈ ਚੱਕਰ ਨਹੀਂ ਹੈ। ਪਰ ਜਿੱਥੇ ਫਿਟਨੈਸ ਦੀ ਗੱਲ ਆਉਂਦੀ ਹੈ ਨਾ ਮੈਮ, ਉੱਤੇ ਪੈਸੇ ਨਹੀਂ ਹੁੰਦੇ। ਤੇ ਮੈਂ ਹੁਣ ਜਿਵੇਂ 10 ਮਤਲਬ ਕਿ ਮੇਰੀ ਜਿਹੜੀ ਟ੍ਰੇਨਿੰਗ ਰੇਟ ਆ, ਉਹ ਮੈਂ ਹੋਮ ਟ੍ਰੇਨਿੰਗ 10000 ਦੇ ਰੇਟ, ਪਰ ਮੈਨੂੰ ਬੜੀ ਵਾਰੀ ਕਲਾਇੰਟ ਬਾਰਗਨਿੰਗ ਕਰਦੇ ਆ। ਪਰ ਇਦਾਂ ਹੁੰਦਾ ਵੀ ਚਲੋ ਵਿਹਲੇ ਨਾਲੋਂ ਕੰਮ ਕਰ ਲਓ ਹੈ ਨਾ, ਕੁਛ ਆ ਜਾਵੇ। ਤੇ ਉਹੀ ਗੱਲ ਹੋਈ ਮੈਮ, ਜਿਮ ਦਾ ਸੋਚਿਆ ਸੀਗਾ, ਜਿਮ ਬੰਦ ਵੀ ਹੋ ਰਹੇ ਨੇ, ਨਵੇਂ ਖੁੱਲੀ ਵੀ ਜਾ ਰਹੇ ਨੇ, ਨਵੇਂ ਵੀ ਬੰਦ ਹੋਈ ਜਾ ਰਹੇ ਨੇ। ਫਿਰ 50 ਲੱਖ ਰੁਪਈਆ ਲਾ ਕੇ ਮੈਮ ਮੈਂ ਜਿਮ, ਔਰ ਇੰਨੀ ਪ੍ਰੋਪਰਟੀ ਵੀ ਨਹੀਂ ਹੈ ਵੀ ਮੈਂ 50 ਲੱਖ ਲਾ ਲਵਾਂ ਹੈ ਨਾ। ਤੇ ਇੰਨੀ ਕਹਿੰਦੇ ਨਾ ਔਕਾਤ ਤੱਕ ਹੀ ਰਹਿਣਾ ਚਾਹੀਦਾ, ਵੀ ਹੌਲੀ ਹੌਲੀ ਸਟੈਪ ਬਾਏ ਸਟੈਪ ਚੱਲੋ, ਵੀ ਤੱਤਾ ਖਾਓਗੇ ਤਾਂ ਮੂੰਹ ਹੀ ਜਲੂਗਾ ਹੈ ਨਾ। ਤੇ ਮੈਨੂੰ ਬਸ ਇਹੀ ਸੀਗਾ ਵੀ ਹਾਂ ਵੀ ਡ੍ਰੌਪ ਕਰਦੇ, ਇਹ ਆਈਡੀਆ ਸਹੀ ਨਹੀਂ ਹੈਗਾ, ਤੇ ਇਹਦੇ ਨਾਲ ਹੀ ਰਿਲੇਟਡ ਕੁਝ ਕਰ ਹੈ ਨਾ। ਤੇ ਮੈਂ ਫਿਰ ਮੈਮ ਫੂਡ ਦਾ ਸੋਚਿਆ ਵੀ ਮੈਂ ਆਪਦੀ ਡਾਈਟ ਪ੍ਰੀਪੇਅਰ ਕਰਦੀ ਸੀਗੀ ਕੰਪੀਟੀਸ਼ਨ ਦੇ ਟਾਈਮ ਤੇ, ਮੇਜਰਮੈਂਟ ਕਰਦੀ ਸੀ ਡਾਈਟ ਨੂੰ ਵੀ ਇੰਨੇ ਗ੍ਰਾਮ ਰਾਈਸ ਕਰਨੇ, ਇੰਨਾ ਚਿਕਨ ਖਾਣਾ ਹੈ ਨਾ, ਜੋ ਮੇਰੇ ਕੋਚ ਦੱਸਦੇ ਹੁੰਦੇ ਸੀਗੇ ਮੈਨੂੰ। ਤੇ ਉਹੀ ਚੀਜ਼ ਮੈਂ ਆਪਣੇ ਆਪ ਤੇ ਇੰਪਲੀਮੈਂਟ ਕਰੀਆਂ, ਤੇ ਉਹ ਚੀਜ਼ ਮੈਂ ਸੋਚੀਆਂ ਵੀ ਹਾਂ ਮੈਂ ਇਸ ਚੀਜ਼ ਨੂੰ ਕੰਮ ਕਰਨਾ। ਫਿਰ ਇੱਕ ਚੈਲੰਜ ਹੋਰ ਸੀਗਾ ਵੀ ਜਿਮ ਦੀ ਡਾਈਟ ਵੀ ਨਾ ਪ੍ਰੋਪਰ ਲੋਕ ਉਹ ਨਹੀਂ ਖਾਂਦੇ, ਥੋੜ੍ਹਾ ਜਿਹਾ ਚੀਟ ਵੀ ਰੱਖਦੇ ਨੇ। ਕਿਉਂਕਿ ਮੈਂ ਦੇਖਦੀ ਹੁੰਦੀ ਹਾਂ ਮੇਰੇ ਖੁਦ ਦੇ ਹੀ ਜਿਹੜੇ ਨਾਲ ਦੇ ਮਤਲਬ ਕਿ ਫਰੈਂਡ ਸੀਗੇ ਜਾਂ ਕੁਝ ਵੀ, ਜਿਮ ਲਾ ਕੇ ਉਹ ਜਿਵੇਂ ਬਰਗਰ ਖਾਣ ਵੜ ਚਲੇ ਜਾਣਾ ਹੈ ਨਾ, ਉਹਨਾਂ ਦਾ ਚੀਟ ਡੇ ਹੁੰਦਾ ਹੀ ਸੀਗਾ ਹੈ ਨਾ। ਤੇ ਉਹੀ ਚੀਜ਼ਾਂ ਸੀਗੀਆਂ ਮੈਮ ਕਿ ਬੜੇ ਚੈਲੰਜਸ ਸੀਗੇ। ਫਿਰ ਦਿਮਾਗ ਲਾਇਆ, 3-4 ਮਹੀਨੇ ਸੋਚਿਆ ਵੀ ਮੈਂ ਆਹ ਚੀਜ਼ ਤੇ ਆਹ ਚੀਜ਼ ਕਰਨੀ ਹੈ। ਇਹ ਕਨਸੈਪਟ ਕਰਨ ਤੋਂ ਪਹਿਲਾਂ ਮੈਂ 3-4 ਮਹੀਨੇ ਮਤਲਬ ਇਸ ਕੰਮ 'ਚ ਲੱਗੀ ਰਹੀ ਹੈ ਨਾ। ਫਿਰ ਜਗ੍ਹਾ ਦੇਖੀ, ਅਲੱਗ-ਅਲੱਗ ਚੌਂਕ 'ਚ ਜਾ ਕੇ, ਅਲੱਗ-ਅਲੱਗ ਏਰੀਆ 'ਚ ਜਾ ਕੇ ਦੇਖਿਆ ਵੀ ਮੈਂ ਕਿੱਥੇ ਲਗਾ ਸਕਦੀ ਹਾਂ ਔਰ ਕਿੱਥੇ ਮੈਨੂੰ ਲੋਕ ਨਹੀਂ ਤੰਗ ਕਰਨਗੇ ਹੈ ਨਾ। ਤੇ ਫਿਰ ਮੈਂ ਜਿਹੜੇ ਆਹ ਪਲਾਟ ਵਾਲੇ ਇਹਨਾਂ ਨਾਲ ਮੈਂ ਗੱਲ ਕੀਤੀ, ਇਹ ਕਹਿੰਦੇ ਮੈਡਮ ਕੋਈ ਨਹੀਂ ਤੁਸੀਂ ਕਰ ਲਓ। ਤੇ ਫਿਰ ਮੈਂ ਸ਼ੁਰੂ ਕਰ ਲਿਆ ਮੈਮ। ਫੈਮਿਲੀ ਦੀ ਕਿੰਨੀ ਸਪੋਰਟ ਹੈ ਇਸ ਕੰਮ ਦੇ ਵਿੱਚ? ਦੇਖੋ ਮੈਮ, ਗੱਲ ਰਹੀ ਫੈਮਿਲੀ ਦੀ, ਮੈਂ ਤਾਂ ਸ਼ੁਰੂ ਤੋਂ ਹੀ ਮੈਮ ਮਤਲਬ ਤਕਰੀਬਨ ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ, ਮੈਂ ਆਪਣੇ ਘਰਦਿਆਂ ਤੇ ਕਦੇ ਬੋਝ ਹੀ ਨਹੀਂ ਬਣੀ। ਮਤਲਬ ਮੈਂ ਆਪਦਾ ਸਭ ਕੁਝ ਆਪਦੀ ਮਿਹਨਤ ਨਾਲ ਕਮਾਇਆ। ਮੈਂ ਆਪਦੀ ਗੱਡੀ ਲਈ, ਮੈਂ ਆਪਦਾ ਮੋਟਰਸਾਈਕਲ ਲਿਆ, ਬਾਈਕ ਹੈ ਮੇਰੇ ਕੋਲ R15, ਉਹ ਮੈਂ ਆਪਣੀ ਉਹਦੇ ਨਾਲ ਮਤਲਬ ਮਿਹਨਤ ਨਾਲ ਕਮਾਇਆ। ਠੀਕ ਹੈ, ਸਾਰਾ ਕੁਝ ਮਤਲਬ ਮੈਮ ਜੋ ਵੀ ਮੈਂ ਕੱਪੜੇ ਵੀ ਪਾਉਣੀ ਆ, ਮੈਂ ਮੇਰੇ ਜੋ ਵੀ ਨੀਡਸ ਨੇ ਬੇਸਿਕ,
ਉਹ ਸਾਰੇ ਮੇਰੇ ਆਪ ਦੀ ਕਮਾਈ ਨਾਲ ਹੁੰਦੇ ਨੇ। ਮੈਂ ਐਟਲੀਸਟ ਮੈਨੂੰ ਲੱਗਦਾ ਮੈਂ 10th ਤੋਂ ਹੀ 9th 10th ਤੋਂ ਮੇਰੀ ਫੀਸ ਵੀ ਮਾਫ ਹੋ ਗਈ ਸੀ, ਕਿਉਂਕਿ ਸਪੋਰਟਸ ਦੇ ਵਿੱਚ ਸੀਗੇ 3 ਬ੍ਰਦਰ ਸਿਸਟਰ, ਅੱਧੀ ਫੀਸ ਮਾਫ ਉਹਨਾਂ ਦੀ ਵੀ ਹੋ ਗਈ ਸੀ ਮੇਰੇ ਕਰਕੇ, ਕਿਉਂਕਿ ਮੈਂ ਸਪੋਰਟਸ ਦੇ ਵਿੱਚ ਥੋੜਾ ਕਹਿੰਦੇ ਆ ਨਾ ਜਿਹੜਾ ਬੱਚਾ ਅੱਗੇ ਹੁੰਦਾ ਜਾਂ ਪੜ੍ਹਾਈ 'ਚ ਹੁਸ਼ਿਆਰ ਹੈ ਉਹਦੀ ਫੀਸ ਮਾਫ ਹੋ ਜਾਂਦੀ ਹੈ, ਐਜ਼ ਇਟ ਇਜ਼ ਸੀਗਾ। ਮੈਮ ਜੇਕਰ ਗੱਲ ਕੀਤੀ ਜਾਵੇ, ਜਿਵੇਂ ਤੁਸੀਂ ਕਿਹਾ ਕਿ ਤੁਸੀਂ ਖੁਦ ਮਿਹਨਤ ਕੀਤੀ ਹੈ, ਫੈਮਿਲੀ ਦੀ ਇਹਦੇ ਨਾਲ ਤੁਹਾਡੇ ਇਸ ਕੰਮ ਤੋਂ ਬੇਸਿਕ ਨੀਡਸ ਜਿਹੜੀਆਂ ਪੂਰੀਆਂ ਹੋ ਜਾਂਦੀਆਂ? ਮੈਮ ਦੇਖੋ ਪਤਾ ਕੀ ਹੈ, ਅੱਜ ਦੇ ਟਾਈਮ ਦੇ ਵਿੱਚ ਨਾ ਜਿੰਨੇ ਲੋਕ ਕਮਾਣ ਉਨਾ ਹੀ ਜ਼ਿਆਦਾ ਕਹਿੰਦੇ ਆ ਨਾ ਵੀ ਹਾਂ ਵੀ ਸਾਰੀ ਫੈਮਿਲੀ ਹੀ ਲੱਗੀ ਹੋਈ ਹੈ, ਸਭ ਆਪਦੇ ਕੰਮ 'ਚ। ਤੇ ਜਦੋਂ ਮੈਂ ਇਹ ਕੰਮ ਕਰਨਾ ਸੀ ਮੈਂ ਇਹ ਸੋਚ ਰਹੀ ਸੀ ਵੀ ਲੜਕਾ ਬੜਾ ਲੱਭਿਆ ਵੀ, ਕਿਉਂਕਿ ਅੱਜ ਕੱਲ੍ਹ ਦੇ ਲੋਕ ਨਾ ਤੁਹਾਨੂੰ ਪਤਾ ਵੀ ਮਿਹਨਤ ਘੱਟ ਕਰਦੇ ਨੇ, ਉਹਨਾਂ ਦੀਆਂ ਜਿਹੜੀਆਂ ਡਿਜ਼ਾਇਰਸ ਨੇ ਉਹ ਜ਼ਿਆਦਾ ਨੇ। ਤੇ ਮਤਲਬ ਮੈਂ 2 ਲੜਕੇ ਰੱਖੇ ਵੀ, ਉਹ ਜਿਵੇਂ ਉਹਨਾਂ ਨੂੰ ਇਹ ਹੋ ਗਿਆ ਵੀ 15-20 ਹਜ਼ਾਰ ਰੁਪਏ ਸਟਾਰਟਿੰਗ 'ਚ ਹੀ ਦੇ ਦਿਓ। ਮੈਮ ਜੇ ਅੱਜ ਮੇਰਾ ਨਵਾਂ ਕੰਮ ਹੈ, ਮੈਂ 15-20 ਹਜ਼ਾਰ ਦੇਣ ਲੱਗ ਜੂੰਗੀ ਤਾਂ ਮੈਂ ਆਪ ਕੀ, ਫਿਰ ਮੈਂ ਇਹ ਸੋਚਿਆ ਆਪ ਕਰੋ, ਆਪਣੇ ਹੱਥ ਵਰਗੀ ਕੋਈ ਰੀਸ ਨਹੀਂ, ਨਾਲੇ ਕਸਟਮਰ ਨੂੰ ਸੈਟੀਸਫਾਈ ਕਰਨਾ ਮੈਂ ਆਪਦੇ ਹੱਥੀ ਜੋ ਸਫਾਈ ਨਾਲ ਬਣਾ ਸਕਦੀ ਹਾਂ, ਜੋ ਮੈਂ ਖਾਂਦੀ ਹਾਂ ਉਹੀ ਮੈਂ ਖਿਲਾਉਂਗੀ, ਠੀਕ ਹੈ ਨਾ। ਤੇ ਫਿਰ ਮੈਂ ਇਹ ਸੋਚਿਆ ਵੀ ਆਪ ਹੀ ਕਰੋ। ਫਿਰ ਮੈਂ ਆਪਦੀ ਸਿਸਟਰ ਨਾਲ ਡਿਸਕਸ ਕਰਿਆ, ਉਹ ਮਤਲਬ ਕਿ ਥੋੜਾ ਟਾਈਮ ਹੀ ਹੋਇਆ ਬਾਹਰੋਂ ਆਈ, ਮਲੇਸ਼ੀਆ ਤੋਂ ਆਈ ਹੈ ਉਹ ਲੜਕੀ, ਤੇ ਲੋਕਡਾਊਨ ਤੋਂ ਬਾਅਦ ਹੀ ਜਿਵੇਂ ਉੱਥੇ ਥੋੜਾ ਸਟਕ ਹੋ ਗਈ ਸੀਗੀ, ਤਾਂ ਕਰਕੇ ਉਹ ਇੱਥੇ ਆ ਗਈ। ਡਰ ਲੱਗਦਾ ਨਾ ਬਾਹਰ ਵੀ ਆਪਣੀ ਫੈਮਿਲੀ 'ਚ ਜਾਣਾ ਵੀ ਪਤਾ ਨਹੀਂ ਫਸ ਨਾ ਜਾਈਏ ਉੱਥੇ। ਤੇ ਉਹ ਫਿਰ ਮੈਂ ਉਹਨੂੰ ਗੱਲ ਕਰੀ, ਉਹ ਕਹਿੰਦੀ ਦੀਦੀ ਕੋਈ ਗੱਲ ਨਹੀਂ ਵੀ ਥੋੜਾ ਜਿਹਾ ਟਾਈਮ ਮੈਂ ਤੁਹਾਡੇ ਨਾਲ, ਕਿਉਂਕਿ ਵਿਚਕਾਰਲਾ ਟਾਈਮ ਮੇਰੀਆਂ ਟ੍ਰੇਨਿੰਗ 3 ਹੈਗੀਆਂ ਹਜੇ, ਹੋਮ ਟ੍ਰੇਨਿੰਗਸ ਜਿਹੜੀਆਂ ਨੇ, ਮੈਂ ਜਿਮ ਦੀ ਟ੍ਰੇਨਿੰਗ ਜਿਹੜੀ ਦਿੰਦੀ ਆ ਉਹ ਮੈਂ ਦੁਪਹਿਰ ਵੇਲੇ ਉਹ ਮਤਲਬ ਕਿ ਮੈਨੇਜ ਕਰਦੀ ਹਾਂ। ਦੁਪਹਿਰ ਵੇਲੇ ਮੈਂ ਉਹ ਚਲੀ ਜਾਂਦੀ ਹਾਂ, ਸਿਸਟਰ ਮੇਰੀ ਮੈਂ 11 ਵਜੇ ਵੈਸੇ ਓਪਨ ਕਰ ਦਿੰਦੀ ਆ ਕੇ, ਉਹ ਸੰਭਾਲ ਲੈਂਦੀ ਦੁਪਹਿਰ ਵੇਲੇ 2-3 ਘੰਟੇ, ਤੇ ਬਾਕੀ ਮੈਂ ਟ੍ਰੇਨਿੰਗ ਕਰਾ ਜਾਂਦੀ। ਫਿਰ ਜਿਹੜਾ 4 ਵਜੇ ਤੋਂ ਫਿਰ ਸਿਸਟਮ ਸ਼ੁਰੂ ਹੋ ਜਾਂਦਾ, ਫਿਰ 11 ਵਜੇ ਤੱਕ ਮੈਂ ਹੀ ਹੁੰਦੀ ਹਾਂ ਇੱਥੇ। ਜੇਕਰ ਗੱਲ ਕੀਤੀ ਜਾਵੇ ਨੈਗੇਟਿਵਿਟੀ ਦੀ, ਕਹਿ ਲਓ ਕਿ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ, ਫੈਮਿਲੀ ਫਰੈਂਡਸ ਕਹਿ ਲਓ ਜਾਂ ਰਿਲੇਟਿਵਸ ਇੱਕ ਬੈਡ ਕਮੈਂਟ ਦਿੰਦੇ ਕਿ ਇਹ ਕੰਮ ਕਰਨ ਦੀ ਕੀ ਜ਼ਰੂਰਤ ਸੀ, ਤੁਸੀਂ ਇਸ ਚੀਜ਼ ਨੂੰ ਕਦੇ ਕਹਿੰਦੇ ਮੈਮ ਲੋਕ ਵੀ ਤੁਸੀਂ ਤੁਹਾਡਾ ਸਟੈਂਡਰਡ ਇਦਾਂ ਆ ਉੱਦਾਂ ਹੈ ਨਾ, ਤੁਸੀਂ ਕਿਉਂ ਇਹ ਕੰਮ ਕਰ ਰਹੇ ਹੋ, ਲਾਈਕ ਕਈ ਲੋਕ ਤਾਂ ਇਹ ਕਹਿੰਦੇ, ਕਾਟ ਵੀ ਨਹੀਂ ਕਹਿਣਾ ਆਉਂਦਾ ਲੋਕਾਂ ਨੂੰ, ਕਈ ਲੋਕ ਇਹ ਰੇੜੀ ਲਾਈਏ ਹੈ ਨਾ। ਠੀਕ ਹੈ ਮੈਮ, ਲੋਕਾਂ ਦਾ ਕੀ ਹੈ, ਲੋਕਾਂ ਨੇ ਤਾਂ ਜਦੋਂ ਮੈਂ ਬਾਡੀ ਬਿਲਡਿੰਗ ਸ਼ੁਰੂ ਕੀਤੀ ਸੀ ਲੋਕ ਉਦੋਂ ਵੀ ਬੋਲਦੇ ਸੀ ਵੀ ਤੂੰ ਮੁੰਡਾ ਬਣੀ ਜਾ ਰਹੀ ਹੈ, ਤੂੰ ਆਪਣੀ ਜਿਹੜੀ ਫੈਮਿਨ ਲੁੱਕ ਹੈ ਉਹ ਛੱਡ ਰਹੀ ਹੈ, ਕੁੜੀ ਹੋਣਾ ਸਹੀ ਹੈ, ਇਦਾਂ ਹੁੰਦਾ। ਮੈਮ ਦੁਨੀਆ ਤਾਂ ਰੱਬ ਨੂੰ ਵੀ ਨਹੀਂ ਜੀਣ ਦਿੰਦੀ, ਤੇ ਮੈਂ ਤਾਂ ਕੀ ਹਾਂ, ਠੀਕ ਹੈ ਨਾ। ਰੱਬ ਨੂੰ ਵੀ ਜੇ ਉਹਦੇ ਡਿਸੀਜਨ ਕੁਝ ਐਦਾਂ ਦੇ ਹੁੰਦੇ ਨੇ ਤਾਂ ਰੱਬ ਨੂੰ ਵੀ ਲੋਕ ਗਾਲਾਂ ਕੱਢਦੇ ਆ ਵੀ ਤੁਸੀਂ ਐਦਾਂ ਕਰਿਆ ਹੈ ਨਾ। ਤੇ ਮੈਂ ਤਾਂ ਕੁਝ ਵੀ ਨਹੀਂ, ਦੁਨੀਆ ਨੇ ਬੋਲੀ ਜਾਣਾ ਮੈਮ। ਬੜੇ ਲੋਕ ਸਪੋਰਟ ਕਰਨ ਵਾਲੇ ਵੀ ਨੇ, ਕੁਝ ਲੋਕ ਜਿਹੜੇ ਜ਼ਿਆਦਾ ਨਹੀਂ ਥੋੜੇ ਜਿਹੇ ਲੋਕ ਨੇ ਜਿਹੜੇ ਕਰਦੇ ਨੇ, ਪਰ ਕੋਈ ਚੱਕਰ ਨਹੀਂ ਹੈ ਮੈਮ। ਦੀਪਿਕਾ ਜੀ ਇੱਥੇ ਕਿਹੜੀ ਚੀਜ਼ ਤੁਸੀਂ ਪ੍ਰਿਪੇਅਰ ਕਰਦੇ ਹੋ ਕਸਟਮਰਸ? ਹਾਂਜੀ ਮੈਮ, ਵੈਜ ਦੇ ਵਿੱਚ ਵੀ ਹੈ ਤੇ ਨਾਨ ਵੈਜ ਵੀ ਹੈ, ਦੋਨੋਂ ਹੀ ਹੈ ਮੇਰਾ। ਮਤਲਬ ਮੈਂ ਜਿਹੜਾ ਕਸਟਮਰ ਹੈ ਮੈਂ ਦੋਨਾਂ ਨੂੰ ਹੀ ਲੈ ਕੇ ਚੱਲੀ ਹਾਂ, ਕਿਉਂਕਿ ਕਈ ਲੋਕ ਵੈਜ ਨਹੀਂ ਖਾਂਦੇ, ਜ਼ਿਆਦਾ ਨਾਨ ਵੈਜ ਲਾਈਕ ਕਰਦੇ ਆ, ਤੇ ਕਈ ਲੋਕ ਜਿਹੜੇ ਨਾਨ ਵੈਜ ਲਾਈਕ ਕਰਦੇ ਉਹ ਵੈਜ ਨਹੀਂ ਖਾਂਦੇ। ਤੇ ਐਦਾਂ ਸੀਗਾ ਕਿ ਮੈਂ ਦੋਨੋਂ ਹੀ ਚੀਜ਼ਾਂ ਲੈ ਕੇ ਚੱਲਦੀ। ਵੈਜ ਦੇ ਵਿੱਚ ਮੈਮ ਵੈਜ ਮੈਗੀ ਮਿਲ ਜੂਗੀ, ਠੀਕ ਹੈ, ਤੇ ਵੈਜ ਸੈਂਡਵਿਚ ਹੈ, ਕੋਲਡ ਸੈਂਡਵਿਚ ਹੈ, ਤੇ ਆਪਣਾ ਮਤਲਬ ਕਿ ਵੈਜ ਜਿਹੜਾ 버ਗਰ ਵੀ ਹੈ ਮੇਰੇ ਕੋਲ, ਮਤਲਬ ਚੀਟ ਮੀਲਸ ਦੇ ਵਿੱਚ। ਤੇ ਜਿਹੜੀਆਂ ਚਿਕਨ ਦੇ ਵਿੱਚ ਨੇ ਉਹਦੇ 'ਚ ਬੋਇਲਡ ਐਗ ਹੈ, ਜਿਮ ਡਾਈਟ ਜਿਹੜੀ, ਤੇ ਸਭ ਤੋਂ ਪਹਿਲਾਂ ਜਿਹੜੀ ਬੋਇਲਡ ਐਗ ਹੈ ਨਾ, ਪ੍ਰੋਟੀਨ ਡਾਈਟ। ਤੇ ਚਿਕਨ ਹੈ ਆਪਣਾ, ਲੈਗ ਥਾਈ ਹੈ, ਚਿਕਨ ਚੈਸਟ ਹੈ, ਕਬਾਬ ਹੈ, ਮਟਨ ਕਬਾਬ ਹੈ ਚਿਕਨ ਦੇ, ਤੇ ਵੈਜ 버ਗਰ ਵੀ ਹੈ, ਚਿਕਨ 버ਗਰ ਵੀ ਹੈ, ਦੋਨੋਂ ਹੀ ਹੈ। ਹਾਂਜੀ ਮੈਮ। ਤੁਸੀਂ ਕਦੇ ਗਵਰਨਮੈਂਟ ਜੌਬ ਲਈ ਅਪਲਾਈ ਨਹੀਂ ਕਰਿਆ ਸੀ ਮੈਮ, ਤੁਹਾਨੂੰ ਦੱਸ ਤਾਂ ਰਹੀ ਹਾਂ ਵੀ ਮੈਂ ਮਤਲਬ ਕਿ ਪੰਜਾਬ ਪੁਲਿਸ ਲਈ ਮਤਲਬ ਕਰਿਆ ਸੀਗਾ, ਫੌਜ ਲਈ ਵੀ ਕਰਿਆ ਸੀ ਈਵਨ ਨਾ। ਤੇ ਲੇਕਿਨ ਮੈਮ ਲਾਈਨ ਬਹੁਤ ਲੰਬੀ ਹੈ, ਮਤਲਬ ਕਿ ਕਹਿ ਲਓ ਵੀ ਲਾਈਨ ਰੇਸ ਦੇ ਵਿੱਚ ਬਹੁਤ ਲੋਕ ਭੱਜ ਰਹੇ ਨੇ ਹੈ ਨਾ, ਔਰ ਇੰਨੇ ਵੱਡੇ ਮੈਡਲ ਲੈ ਕੇ ਲੋਕ ਬੈਠੇ ਹੋਏ ਨੇ। ਸ਼ੁਰੂ ਤੋਂ ਹੀ ਮੈਮ ਇਹ ਹੁੰਦਾ ਆਇਆ ਵੀ ਸਪੋਰਟਸ ਵਾਲੇ ਬੱਚਿਆਂ ਨੂੰ ਉਹ ਟਾਈਮ ਜਿਹੜਾ ਨਾ, ਉਹ ਇੱਦਾਂ ਦਾ ਰੁਤਬਾ ਅਹੁਦਾ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ। ਸ਼ੁਰੂ ਤੋਂ ਹੀ ਮੈਨੂੰ ਨਹੀਂ ਪਤਾ ਕਿੱਥੇ ਕਮੀ ਹੈ, ਲੇਕਿਨ ਬੱਚੇ ਬਹੁਤ ਟੈਲੈਂਟਡ ਬੈਠੇ ਨੇ, ਲੇਕਿਨ ਉਹਨਾਂ ਨੂੰ ਉਸ ਤਰ੍ਹਾਂ ਦਾ ਡੈਜ਼ਿਗਨੇਸ਼ਨ ਨਹੀਂ ਮਿਲ ਪਾਇਆ ਹੁਣ ਤੱਕ ਵੀ ਇਹੀ ਚੱਲਦਾ ਆ ਰਿਹਾ ਮੈਮ। ਪਤਾ ਨਹੀਂ ਇੱਦਾਂ ਕਿਉਂ ਹੈ, ਔਰ ਮੈਂ ਕਿਸੇ ਤੇ ਕੋਈ ਸਵਾਲ ਵੀ ਨਹੀਂ ਕਰ ਰਹੀ। ਮੈਨੂੰ ਬਸ ਇਹੀ ਹੈ ਕਿ ਚਲੋ ਠੀਕ ਹੈ, ਜਿਹਦੀ ਕਿਸਮਤ 'ਚ ਜੋ ਹੈਗਾ ਉਹ ਲਿਖਿਆ ਗਿਆ, ਬਾਕੀ ਆਪਣੇ ਹੱਥ ਦੀ ਮਿਹਨਤ ਹੈ ਮੈਮ। ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈ, ਆਪਣਾ ਕੰਮ ਹੈ ਨਾ। ਮੈਨੂੰ ਸਭ ਤੋਂ ਵੱਡਾ ਮੇਰਾ ਪ੍ਰਾਊਡ ਇਹ ਹੈ ਕਿ ਮੈਂ ਕਿਸੇ ਦੇ ਅੰਡਰ ਕੰਮ ਨਹੀਂ ਕਰ ਰਹੀ, ਕਿਉਂਕਿ ਮੈਂ ਵੀ ਨੌਕਰੀ ਕਰਦੀ ਸੀ, ਬੜੀਆਂ ਗੱਲਾਂ ਮੈਮ ਸੁਣਨੀਆਂ ਪੈਂਦੀਆਂ। ਤੁਸੀਂ ਟਾਈਮ 'ਤੇ ਆਓ ਜੀ, ਮਾਰਨਿੰਗ 6 ਵਜੇ ਦੀ ਜੌਬ ਸੀਗੀ, ਤੁਸੀਂ ਲੇਟ ਹੋ ਗਏ 5 ਮਿੰਟ ਵੀ ਲੇਟ ਹੋ ਗਏ ਤੁਹਾਡੀ ਹਾਫ ਡੇ ਲੱਗ ਜਾਂਦਾ। ਇਸ ਕਰਕੇ ਠੀਕ ਹੈ ਮੈਮ, ਕਿਸੇ ਦੇ ਥੱਲੇ ਲੱਗ ਕੇ ਕੰਮ ਨਹੀਂ ਕਰ ਰਹੇ, ਆਪਦਾ ਕੰਮ ਕਰ ਰਹੇ ਆ। ਟੌਰ ਨਾਲ ਆਉਂਦੇ ਆ 11 ਵਜੇ ਤੱਕ ਇੱਥੇ ਖੜੇ ਹੁੰਦੇ ਆ, ਚਲੇ ਜਾਂਦੇ ਆ ਆਪਦੇ ਘਰ ਨੂੰ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਧੰਨਵਾਦ। ਓਕੇ, ਗੱਲਬਾਤ ਕਰੀਏ ਦੀਪਿਕਾ ਜੀ ਦੇ ਨਾਲ। ਜਿਵੇਂ ਇਹਨਾਂ ਨੇ ਕਿਹਾ ਕਿ ਆਪਣੀ ਹੱਥੀਂ ਮਿਹਨਤ ਕਰਨ ਤੋਂ ਸਾਨੂੰ ਸ਼ਰਮ ਨਹੀਂ ਕਰਨੀ ਚਾਹੀਦੀ, ਆਪਣੇ ਹੱਥਾਂ ਨਾਲ ਕੀਤੀ ਹੋਈ ਮਿਹਨਤ ਨਾਲ ਹੀ ਸਾਨੂੰ ਕਮਾ ਕੇ ਖਾਣਾ ਚਾਹੀਦਾ। ਇਸੇ ਤਰ੍ਹਾਂ ਦੀ ਅਪਡੇਟ ਸੀ ਜੋ ਰਿਆਸਤ ਨਿਊਜ਼ ਦੇ ਨਾਲ। ਕੈਮਰਾਮੈਨ ਨਵੀ ਦੇ ਨਾਲ ਮੁਸਕਾਨ ਦੀ ਰਿਪੋਰਟ, ਰਿਆਸਤ ਨਿਊਜ਼ ਲੁਧਿਆਣਾ।